ਲਿਹੋ ਤੁਮ ਕਥਾ ਸਤਨਾਮ ਸ੍ਰੀ ਵਾਹਿਗੁਰੂ ਜੀ। ਉਤਸ਼ਾਹ ਧਾਰ ਘੋਰਾ ਫੰਧਾਏ, ਰਣ ਕੇ ਮੈਦਾਨ ਮੈਂ ਆਏ ਧਾਏ। ਸ੍ਰੀ ਹਰਗੋਬਿੰਦ ਕੇ ਸਮੁਖ ਹੋਏ, ਬਹੁ ਮਰੇ ਪਇਓ ਨਹਿ ਕਾਜ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ਾਮਾਂ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ 'ਚ ਆਪ ਜੀ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ ਔਰ ਸਤਿਗੁਰੂ ਜੀ ਦੀ ਬਾਣੀ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਨਾਲ ਹੀ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਰਤੀ ਦਾ ਕੀਰਤਨ ਭਾਈ ਸਾਹਿਬ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਲਾਹਾ ਪ੍ਰਾਪਤ ਕੀਤਾ ਹੈ। ਆਓ ਹੁਣ ਗੁਰ ਇਤਿਹਾਸ ਦੀ ਜੋ ਲੜੀ ਚੱਲ ਰਹੀ ਹੈ, ਗੁਰੂ ਸਾਹਿਬ ਦੇ ਨਾਲ ਯੁੱਧ ਕਰਨ ਲਈ ਮੁਗਲ ਸਿੱਖਾਂ 7000 ਫੌਜ ਲੈ ਕੇ ਬਾਦਸ਼ਾਹ ਸ਼ਾਹਜਹਾਨ ਦਾ ਹੁਕਮ ਲੈ ਕੇ ਕਿ ਗੁਰੂ ਸਾਹਿਬ ਨੂੰ ਜਿਉਂਦੇ ਫੜ ਕੇ ਲਿਆਉਣਾ ਹੈ ਆਇਆ ਸੀ ਔਰ ਰਾਤ ਨੂੰ ਹਮਲਾ ਕੀਤਾ ਚੋਰਾਂ ਦੀ ਤਰ੍ਹਾਂ। ਇੱਕ ਵਾਰੀ ਤਾਂ ਇਹਨਾਂ ਨੇ ਸੋਚਿਆ ਵੀ ਗੁਰੂ ਸਾਹਿਬ ਮੈਦਾਨ ਛੱਡ ਕੇ ਭੱਜ ਗਏ ਹਨ, ਬੜੀ ਖੁਸ਼ੀ ਮਨਾਈ। ਪਰ ਜਦੋਂ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੀਆਂ ਫੌਜਾਂ ਮੁੜ ਕੇ ਆ ਗਈਆਂ ਤੇ ਇਹਨਾਂ ਨੂੰ ਭਾਜੜਾਂ ਪੈ ਗਈਆਂ। ਉਹ ਜੰਗ ਬੜਾ ਘਮਸਾਣ ਦਾ ਆਪਾਂ ਲਗਭਗ 2 ਹਫ਼ਤਿਆਂ ਤੋਂ ਸਰਵਣ ਕਰਦੇ ਆ ਰਹੇ ਹਾਂ। ਅੱਜ ਉਸ ਯੁੱਧ ਦਾ ਆਖਰੀ ਸੀਨ ਹੈ, ਜਿਹੜਾ ਮੁਗਲ ਸਿੱਖਾਂ ਜਰਨੈਲ ਆਪਣੇ ਸਾਥੀ ਮਰਵਾ ਬੈਠਾ ਹੈ। ਲਾਸਟ ਵਿੱਚ ਸੁਲਤਾਨ ਬੇਗ ਅਤੇ ਦੀਦਾਰ ਅਲੀ ਰਹਿ ਗਏ ਸਨ। ਸੁਲਤਾਨ ਬੇਗ ਨੂੰ ਭਾਈ ਬਿਧੀ ਚੰਦ ਨੇ ਤੇ ਦੀਦਾਰ ਅਲੀ ਨੂੰ ਪੈਂਦੇ ਖਾਨੇ ਮਾਰ ਦਿੱਤਾ ਹੈ। ਇਸ ਕਰਕੇ ਮੁਗਲ ਸਿੱਖਾਂ ਕੋਲ ਹੋਰ ਕੋਈ ਯੋਧਾ ਜੰਗ ਦੇ ਮੈਦਾਨ 'ਚ ਅੱਗੇ ਕਰਨ ਵਾਲਾ ਹੈ ਨਹੀਂ। ਆਪ ਮੁਗਲ ਸਿੱਖਾਂ ਗੁਰੂ ਸਾਹਿਬ ਦੇ ਸਾਹਮਣੇ ਆਇਆ। ਮੁਗਲ ਸਿੱਖਾਂ ਗੁਰੂ ਸਾਹਿਬ ਨੂੰ ਲਲਕਾਰ ਰਿਹਾ ਹੈ। ਆਓ ਇਹ ਸਰਵਣ ਕਰੀਏ, ਕਥਾ ਪ੍ਰੇਮ ਨਾਲ ਆਖੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਬ ਮੋਰ ਤੋਰ ਰਣ ਹੋਇ ਕਰਾਲ। ਸਾਧ ਸੰਗਤ ਜੀ, ਮੁਗਲ ਸਿੱਖਾਂ ਗੁਰੂ ਸਾਹਿਬ ਨੂੰ ਆ ਕੇ ਕਹਿੰਦਾ ਕਿ ਹੁਣ ਮੇਰਾ ਤੇ ਤੇਰਾ ਭਿਆਨਕ ਜੰਗ ਹੋਵੇਗਾ। ਅਬ ਲੋਕ ਲੋਕ ਹਰਖ ਹੈ ਵਿਸਾਲ। ਗੁਰੂ ਜੀ, ਤੁਹਾਡਾ ਤੇ ਮੇਰਾ ਜੰਗ ਵੇਖ ਕੇ ਦੁਨੀਆ ਦੰਗ ਰਹਿ ਜਾਏਗੀ। ਸਭ ਵੇਖ ਕੇ ਖੁਸ਼ ਹੋਣਗੇ ਵੀ 2 ਸੂਰਮੇ ਲੜ ਰਹੇ ਹਨ। ਕਹਿ ਮਰੋ ਆਪ ਕੇ ਲਿਓ ਮਾਰ। ਜਾਂ ਮੈਂ ਆਪ ਮਾਰਿਆ ਜਾਵਾਂਗਾ ਤੁਹਾਡੇ ਹੱਥੋਂ ਜਾਂ ਤੁਹਾਨੂੰ ਮਾਰ ਲਵਾਂਗਾ। ਤਬ ਹੋਏ ਹਾਰ ਕੈ ਜੀਤਕਾਰ। ਜਿੱਤ ਹਾਰ ਦਾ ਫੈਸਲਾ ਤੁਹਾਡੀ ਲੜਾਈ ਤੇ ਮੇਰੀ ਲੜਾਈ ਕਰੇਗੀ। ਗੁਰ ਸੁਨਿਓ ਸਭਨ ਕੋ ਦੇ ਹਟਾਏ। ਗੁਰੂ ਸਾਹਿਬ ਮੁਗਲ ਸਿੱਖਾਂ ਦਾ ਲਲਕਾਰਾ ਸੁਣ ਕੇ ਸਾਰੀ ਫੌਜ ਨੂੰ ਜੰਗ ਕਰਨ ਤੋਂ ਰੋਕ ਦਿੱਤਾ। ਸਾਰੇ ਯੋਧਿਆਂ ਨੂੰ ਮਾਰੇ। ਕਹਿੰਦੇ ਭਾਈ ਕਿਸੇ ਨੇ ਕੋਈ ਗੋਲੀ ਨਹੀਂ ਚਲਾਣੀ, ਕਿਸੇ ਨੇ ਕੋਈ ਤੀਰ ਨਹੀਂ ਚਲਾਣਾ, ਕਿਸੇ ਨੇ ਕੋਈ ਜੰਗ ਨਹੀਂ ਕਰਨਾ। ਸਭ ਖੜ ਕੇ ਦੇਖੋ, ਹੁਣ ਦੋਵਾਂ ਫੌਜਾਂ ਦੇ ਮੁਖੀ ਫੈਸਲਾ ਕਰਨਗੇ। ਹਾਂਜੀ, ਅਬ ਖਰੇ ਪਿਖ ਹੋ ਰਨ ਕੇਰ ਦਾਏ। ਹੁਣ ਜੰਗ ਦੇ ਦਾ ਵੇਖੋ, ਸੂਰਮੇ ਕਿਸ ਤਰ੍ਹਾਂ ਮੈਦਾਨੇ ਜੰਗ 'ਚ ਲੜਿਆ ਕਰਦੇ ਆ, ਉਹ ਵੇਖੋ। ਉਤ ਤੁਰਕ ਹਟੇ ਨਹਿ ਘਾਵ ਘਾਲ। ਉਧਰੋਂ ਮੁਗਲ ਸਿੱਖਾਂ ਦੀ ਫੌਜ ਵੀ ਲੜਾਈ ਤੋਂ ਹਟ ਗਈ। ਉਹਨੇ ਵੀ ਆਪਣੀ ਫੌਜ ਨੂੰ ਰੋਕ ਦਿੱਤਾ ਬਈ ਅਸੀਂ ਹੁਣ ਫੈਸਲਾ ਕਰਾਂਗੇ ਲੜਾਈ ਦਾ ਤੇ ਤੁਸੀਂ ਕੋਈ ਗੋਲੀ ਤੀਰ ਚਲਾਣਾ ਨਹੀਂ। ਇਤ ਸਿੱਖ ਮਿਟੇ ਗੁਰਬਾਕ ਨਾਲ। ਉਧਰ ਮੁਗਲ ਸਿੱਖਾਂ ਦੀ ਫੌਜ ਖੜ ਕੇ ਲੜਾਈ ਦੇਖਣ ਲੱਗੀ। ਇਧਰ ਗੁਰੂ ਦੇ ਸਿੱਖ ਵੀ ਹਟ ਗਏ ਲੜਾਈ ਕਰਨ ਤੋਂ, ਗੁਰੂ ਦਾ ਬਚਨ ਮੰਨ ਕੇ। ਤਬ ਚਲੇ ਦਹੂੰ ਤੇ ਭੀਮ ਤੀਰ। ਹੁਣ ਸਾਹਮਣੇ ਆਮਣੇ ਖੜੇ ਨੇ ਮੁਗਲ ਸਿੱਖਾਂ ਤੇ 6ਵੇਂ ਪਾਤਸ਼ਾਹ। ਮਹਾਰਾਜ ਕੰਨਾਂ ਦਾ ਹੀ ਖਿੱਚ ਕੇ ਬਾਣ ਛੱਡਦੇ ਨੇ
ਛੜਾਕੇ ਪਾਉਂਦਾ ਹੋਇਆ ਸ਼ੁਕਾਟੇ ਮਾਰਦਾ ਤੀਰ ਆਉਂਦਾ ਹੈ। ਅਰ ਪਰੇ ਵੀਰ ਦੋਨ ਹੋਸ ਧੀਰ। ਉਧਰੋਂ ਮੁਗਲ ਸਖਾਂ ਬੜੇ ਜੰਗੀ ਤੀਰ ਚਲਾਉਂਦਾ ਹੈ। ਸਭ ਲਖ ਹੈ ਪਟੇ ਬਾਜ਼ੀ ਸੋ ਖਾਨ। ਕਹਿੰਦੇ ਪਟੇਬਾਜੀ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਖਾਨ। ਮੁਗਲ ਸਖਾਂ ਵੀ ਬੜਾ ਯੋਧਾ ਸੀ, ਬੜੀਆਂ ਲੜਾਈਆਂ ਜਿੱਤਿਆ ਸੀ। ਉਹਨੂੰ ਬਾਦਸ਼ਾਹ ਸ਼ਾਹਜਹਾਨ ਨੇ 7000 ਫੌਜ ਦਾ ਕਮਾਂਡਰ ਐਵੇਂ ਤਾਂ ਨਹੀਂ ਸੀ ਬਣਾਇਆ, ਉਹ ਲੜਾਈ ਦਾ ਮਾਹਰ ਸੀਗਾ, ਜੰਗੀ ਜਰਨੈਲ ਸੀ। ਪਿਖ ਗੁਰੂ ਸੰਗ ਕੀ ਨਸਬ ਖਾਨ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਲਲਕਾਰ ਕੇ ਕਹਿਣ ਲੱਗਾ, ਮੈਂ ਚਾਹੋਂ ਖੜਗ ਕੋ ਕਰਨ ਜੰਗ। ਮਹਾਰਾਜ ਮੈਂ ਤੁਹਾਡੇ ਨਾਲ ਢਾਲ ਤਲਵਾਰ ਨਾਲ ਜੰਗ ਕਰਨੀ ਚਾਹੁੰਦਾ। ਮੈਂ ਸਮਝਦਾ ਵੀ ਤੁਹਾਡਾ ਤੇ ਮੇਰਾ ਜੰਗ ਢਾਲ ਤਲਵਾਰ ਨਾਲ ਹੋਵੇ, ਤੀਰਾਂ ਨਾਲ ਦੂਰੋਂ ਨਾ ਹੋਵੇ। ਤੁਮ ਤੀਰ ਤਜਹੋ ਬਲ ਅਧਿਕ ਸੰਗ। ਗੱਲ ਇਹ ਹੈ ਵੀ ਤੁਸੀਂ ਤੀਰ ਬੜੇ ਜ਼ੋਰ ਨਾਲ ਮਾਰਦੇ ਹੋ, ਤੁਹਾਡਾ ਤੀਰ ਬਹੁਤ ਖਤਰਨਾਕ ਹੈ ਤੇ ਤੀਰ ਦੀ ਮੈਂ ਤੁਹਾਡੇ ਤੀਰਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਸਮਤਾ ਨ ਚਾਂਪ ਵਿਦਿਆ ਮਝਾਰ। ਤੁਸੀਂ ਚੰਗੇ ਜ਼ਿਆਦਾ ਧਨੁਰਧਾਰੀ ਹੋ, ਤੁਹਾਡੇ ਤੀਰ ਵੀ ਭਾਰੇ ਹਨ, ਤੁਹਾਡੀ ਕਮਾਨ ਵੀ ਭਾਰੀ ਹੈ, ਤੁਹਾਡੇ ਤੀਰਾਂ ਦੀ ਮਾਰ ਵੀ ਡਾਢੀ ਹੈ। ਇਸ ਕਰਕੇ ਮੈਂ ਤੁਹਾਡੀ ਤੀਰ ਵਿਦਿਆ 'ਚ ਧਨੁਸ਼ ਵਿਦਿਆ 'ਚ ਬਰਾਬਰੀ ਨਹੀਂ ਕਰ ਸਕਦਾ। ਬੜ ਮਾਰਤ ਹੋ ਪ੍ਰਿਥ ਮੈਂ ਨਿਹਾਰ। ਤੁਸੀਂ ਮੈਂ ਵੇਖ ਚੁੱਕਾ, ਇੱਕ ਇੱਕ ਤੀਰ ਨਾਲ ਤਿੰਨਾਂ ਚੌਹਾਂ ਪੰਜਾਂ ਸੱਤਾਂ ਨੂੰ ਵਿੰਨਦੇ ਰਹੇ ਹੋ। ਸੁਨ ਧਰਮ ਜੁੱਧ ਕੀ ਰੀਤ ਜਾਨ। ਉਹ ਮਹਾਰਾਜ ਮੈਂ ਚਾਹੁੰਦਾ ਵੀ ਤੁਸੀਂ ਮੇਰੇ ਨਾਲ ਢਾਲ ਤਲਵਾਰ ਨਾਲ ਦੋ ਹੱਥ ਕਰੋ, ਮੈਂ ਤੀਰਾਂ ਦਾ ਤੁਹਾਡਾ ਦਾ ਮੁਕਾਬਲਾ ਨਹੀਂ ਕਰ ਸਕਦਾ। ਇਹ ਜਦੋਂ ਬਚਨ ਮੁਗਲ ਸਖਾਂ ਨੇ ਉੱਚੀ ਆਵਾਜ਼ ਦੇ ਕੇ ਦੂਰੋਂ ਕਹੇ, ਗੁਰੂ ਹਰਗੋਬਿੰਦ ਸਾਹਿਬ ਇਹ ਬਚਨ ਸੁਣ ਕੇ ਧਰਮ ਯੁੱਧ ਦੀ ਰੀਤੀ ਜਾਣ ਕੇ, ਕਿਉਂਕਿ ਧਰਮ ਯੁੱਧ ਇਹਨੂੰ ਕਹਿੰਦੇ ਆ ਵੀ ਧੋਖਾ ਨਹੀਂ ਕਰਨਾ, ਧਰਮ ਯੁੱਧ ਇਹਨੂੰ ਕਹਿੰਦੇ ਆ ਵੀ ਜੋ ਅਗਲਾ ਕਹਿਣਾ ਉਹਦੇ ਨਾਲ ਉਹ ਜਿਵੇਂ ਉਹ ਚਾਹੁੰਦਾ ਉਵੇਂ ਯੁੱਧ ਕਰਨਾ। ਧਰਮੀ ਯੋਧਿਆਂ ਦਾ ਕੰਮ ਹੈ, ਧੋਖੇ ਨਾਲ ਨਹੀਂ ਮਾਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਧਰਮ ਯੁੱਧ ਦੀ ਨੀਤੀ ਜਾਣ ਕਰਕੇ ਗੁਰ ਪਰੇ ਉਤਰ ਤਜ ਕਹਿ ਕਿ ਕਾਨ। ਮਹਾਰਾਜ ਘੋੜੇ ਤੋਂ ਥੱਲੇ ਉਤਰ ਪਏ। ਸ਼ਮਸ਼ੇਰ ਗਹੀ ਸਮਸ਼ੇਰ ਹਾਥ। ਮਹਾਰਾਜ ਬੱਬਰ ਸ਼ੇਰ ਵਰਗੇ ਗੁਰੂ ਹਰਗੋਬਿੰਦ ਸਾਹਿਬ ਬੜੀ ਜੰਗੀ ਫੁਲਾਦੀ ਤਲਵਾਰ ਸੱਜੇ ਹੱਥ ਵਿੱਚ ਸੋਭਾ ਪਾ ਰਹੀ ਹੈ। ਬਹੁ ਗਰਵ ਫੁਲਾਦੀ ਬਾੜ ਸਾਥ। ਫੁਲਾਦ ਦੀ ਬਣੀ ਤਲਵਾਰ ਤਿੱਖੀ ਧਾਰ, ਉਹਦੀ ਉੱਤੇ ਕੀੜੀ ਵੀ ਨਹੀਂ ਚੱਲ ਸਕਦੀ। ਫੁਲਾਦ ਦੀ ਮਹਾਰਾਜ ਦੀ ਤਲਵਾਰ ਹੈ, ਸਰੋਈ ਬੜੇ ਕੀਮਤੀ ਮੁੱਠੇ ਲੱਗੇ ਹੋਏ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਸੋਭਾ ਪਾ ਰਹੀ ਹੈ। ਜਹ ਲਗਤ ਲੋਹ ਕੋ ਕਾਟ ਜਾਏ। ਫੁਲਾਦ ਦਾ ਲੋਹਾ ਇਹੋ ਜਿਹਾ ਹੁੰਦਾ ਜੇ ਏਦਾਂ ਸਿੱਧਾ ਵੱਜੇ ਨਾ ਤੇ ਲੋਹੇ ਨੂੰ ਵੱਢ ਦਿੰਦਾ। ਫੁਲਾਦ ਦੀ ਤਲਵਾਰ ਨੂੰ ਛੇਤੀ ਕਿਤਿਆਂ ਦੰਦਾ ਵੀ ਨਹੀਂ ਪੈਂਦਾ। ਤੇ ਫੁਲਾਦ ਸਾਧ ਸੰਗਤ ਜੀ ਕਈ ਟਨ ਲੋਹੇ ਵਿੱਚੋਂ ਨਾ ਇੱਕ ਪਾਈਆ ਕੁ ਫੁਲਾਦ ਨਿਕਲਦਾ। ਕਈ ਟਨ ਲੋਹਾ ਹੋਵੇ ਉਹਦੇ ਵਿੱਚੋਂ ਕੱਢ ਕੇ ਥੋੜਾ ਜਿਹਾ ਫੁਲਾਦ ਨਿਕਲਦਾ, ਉਹ ਤਲਵਾਰ ਬਣਦੀ ਹੈ। ਇਸੇ ਕਰਕੇ ਫੁਲਾਦ ਦੀਆਂ ਤਲਵਾਰਾਂ ਅੱਜ ਵੀ ਲੱਖਾਂ ਤੇ ਕਰੋੜਾਂ 'ਚ ਵਿਕਦੀਆਂ, ਕਰੋੜਾਂ 'ਚ। ਲੋਕਾਂ ਨੂੰ ਤਾਂ ਸਾਧ ਸੰਗਤ ਜੀ ਸਾਨੂੰ ਸ਼ਸਤਰਾਂ ਦਾ ਪਤਾ ਹੀ ਨਹੀਂ। ਅਸੀਂ ਤਾਂ ਉਸ ਜਿਹੜੀਆਂ ਅੱਜ ਕੱਲ੍ਹ ਵਿਆਹ ਸ਼ਾਦੀਆਂ 'ਤੇ ਫੜਨ ਵਾਲੀਆਂ ਕਿਰਪਾਨਾਂ ਉਹ ਹੀ ਲਿਆ ਕੇ ਆਪਣੇ ਘਰਾਂ 'ਚ ਰੱਖੀਆਂ ਹੁੰਦੀਆਂ। ਉਹ ਕਈ ਵਾਰੀ ਨਿਆਣੇ ਕੱਢ ਕੇ ਤੋੜ ਦਿੰਦੇ ਆ ਮੁੱਠਾ ਉਹਦਾ। ਜਿਹੜੀਆਂ ਜੰਗੀ ਤੇਗਾਂ ਨੇ ਗੁਰੂ ਸਾਹਿਬ ਜੀ ਦੀਆਂ, ਕਦੀ ਹਜ਼ੂਰ ਸਾਹਿਬ ਤਖਤ ਸਾਹਿਬ 'ਤੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜਾਓ, ਇੱਕ ਦਿਨ ਪਹਿਲਾਂ ਦੀਵਾਲੀ ਤੋਂ ਸਾਰੇ ਸ਼ਸਤਰ ਬਾਹਰ ਆਉਂਦੇ। ਲਗਭਗ 900 ਸ਼ਸਤਰ ਨੇ ਕਲਗੀਧਰ ਜੀ ਦੇ ਕਮਰ ਕਸੇ, ਜਿਹੜੇ ਰੋਜ਼ ਮਹਾਰਾਜ ਦੇ ਸਜਦੇ ਆ ਤੇ ਰੋਜ਼ ਸੁਖਾਸਨ ਹੁੰਦਾ ਉਹਨਾਂ ਦਾ। ਉਹ ਤਲਵਾਰਾਂ ਕਰੋੜਾਂ ਦੀਆਂ ਵੀ ਨਹੀਂ ਮਿਲਦੀਆਂ, ਹੀਰੇ ਮੋਤੀ ਜੜੇ ਹੋਏ। ਮਹਾਰਾਜ ਸਾਹਿਬ ਦੇ ਹੱਥ 'ਚ ਫੁਲਾਦੀ ਤੇਗ ਹੈ। ਨਰਨ ਕਟਨ ਕਿਆ ਕਹਿ ਬਨਾਏ। ਬੰਦੇ ਨੂੰ ਵੱਢਣਾ ਤਾਂ ਗੱਲ ਹੀ ਕੋਈ ਨਹੀਂ, ਲੋਹੇ ਦੀਆਂ ਸੰਜੋਆਂ ਵੱਢ ਕੇ ਲੰਘ ਜਾਵੇ ਤਲਵਾਰ ਇਹੋ ਜੀ ਹੈ। ਸਭ ਲਿਪਤ ਹੇਮ ਸੋ ਚਮਕ ਚਾਰ। ਸਾਧ ਸੰਗਤ ਜੀ ਮੁੱਠਾ ਸੋਨੇ ਨਾਲ ਮੜਿਆ ਹੋਇਆ, ਮੁੱਠੇ ਦੇ ਉੱਤੇ ਸੁਨਹਿਰੀ ਕਢਾਈ ਕੱਢੀ ਹੋਈ 6ਵੇਂ ਪਾਤਸ਼ਾਹ ਦੇ ਗਾਤਰੇ ਦੀ ਤੇਗ ਹੈ। ਕਰ ਬਾਮ ਸਾਥ ਗਹਿ ਮਹਿਦ ਢਾਰ। ਖੱਬੇ ਹੱਥ ਵਿੱਚ ਭਾਰੀ ਢਾਲ ਹੈ, ਜਿਹਦੇ ਫੁੱਲਾਂ ਦਾ ਭਾਰ 25 ਸੇਰ ਹੈ। ਫੁੱਲਾਂ ਦਾ ਹੀ, ਜਿਹੜੇ ਢਾਲ ਦੇ ਫੁੱਲ ਨੇ ਉਹੀ 25 ਸੇਰ ਦੇ ਹੈ। ਬੜੀ ਜੰਗੀ ਭਾਰੀ ਢਾਲ ਹੈ। ਜੇ ਸਤਿਗੁਰੂ ਐ ਮਾਰ ਦਿੰਦੇ ਨਾ ਕਿਸੇ ਦੇ ਮੂੰਹ ਦੇ ਉੱਤੇ ਤੇ ਫਿਰ ਉਹ ਦੂਜਾ ਸਾਹ ਹੀ ਨਹੀਂ ਲੈਂਦਾ।
ਏਡੀ ਜੰਗੀ ਢਾਲ ਹੈ ਸਤਿਗੁਰਾਂ ਦੇ ਹੱਥ ਵਿੱਚ। ਉਤ ਮੁਗਲ ਸਖਾਂ ਖੈਂਚ ਕਿਰਪਾਨ। ਉਧਰ ਮੁਗਲ ਸਖਾਂ ਨੇ ਮਿਆਨ ਚੋਂ ਬੜੀ ਫੁਲਾਦੀ ਤਲਵਾਰ ਕੱਢੀ ਹੈ ਗਹਿ ਸਿਪਰ ਭਇਓ ਜਬ ਸਾਵਧਾਨ। ਤੇ ਖੱਬੇ ਹੱਥ 'ਚ ਮੁਗਲ ਸਖਾਂ ਨੇ ਢਾਲ ਫੜ ਲਈ। ਢਾਲ ਤਲਵਾਰ ਲੈ ਕੇ ਛੇਵੇਂ ਪਾਤਸ਼ਾਹ ਦੇ ਮੁਕਾਬਲੇ ਤੇ ਆ ਗਿਆ ਹੈ। ਬਹੁ ਲਖ ਹੈ ਦਾਏ ਇਤ ਉਤ ਬਚਾਏ। ਉਹ ਬੜੇ ਦਾ ਪੇਚ ਜਾਣਦਾ, ਗੱਤਕੇ ਦੇ ਖਿਡਾਰੀ ਹੈ, ਬੜਾ ਚੰਗਾ ਜੰਗੀ ਜਰਨੈਲ ਹੈ। ਇੱਧਰ ਉੱਧਰ ਸੱਜੇ ਖੱਬੇ ਅੱਗੇ ਪਿੱਛੇ ਹੋ ਕੇ ਵਾਰ ਕਰਨੇ ਤੇ ਰੋਕਣੇ ਜਾਣਦਾ ਹੈ। ਰਣ ਰੀਤ ਫਿਰਤ ਚਹ ਕਰਨ ਘਾਏ। ਜੋ ਰਣ ਦੀ ਰੀਤੀ ਹੁੰਦੀ ਹੈ, ਜੋ ਗੱਤਕੇ ਦੇ ਪੈਂਤੜੇ ਹੁੰਦੇ ਆ, ਉਹ ਸਾਰੇ ਕਰਕੇ ਗੁਰੂ ਸਾਹਿਬ ਨੂੰ ਦਾ ਮਾਰਨਾ ਚਾਹੁੰਦਾ ਹੈ। ਹੋਏ ਬਾਮ ਦਾਹਨੇ ਕਰਤ ਨੇਰ। ਸੱਜੇ ਖੱਬੇ ਅੱਗੇ ਪਿੱਛੇ ਹੋ ਕੇ ਨੇੜੇ ਆਉਣਾ ਚਾਹੁੰਦਾ, ਗੁਰੂ ਸਾਹਿਬ ਨੂੰ ਤੇਗ ਦਾ ਫੱਟ ਲਾਣਾ ਚਾਹੁੰਦਾ ਹੈ। ਗੁਰ ਸਮੁਖ ਆਏ ਚਾਹਤ ਸੋ ਭੇਰ। ਗੁਰੂ ਸਾਹਿਬ ਦੇ ਸਾਹਮਣੇ ਆ ਕੇ ਭੇੜਾ ਕਰਨਾ ਚਾਹੁੰਦਾ, ਮੁਕਾਬਲਾ ਕਰਨਾ ਚਾਹੁੰਦਾ ਮੁਗਲ ਸਖਾਨ। ਸ੍ਰੀ ਹਰਗੋਬਿੰਦ ਤਬ ਕਹਿਸ ਤਾਹੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਿਰਭੈ ਜੋਧੇ ਗਰਜ ਕੇ ਕਹਿਣ ਲੱਗੇ, ਸੁਨ ਖਾਨ ਜਿਤਕ ਵਿਦਿਆ ਸੋ ਪਾਹੇ। ਮਹਾਰਾਜ ਕਹਿੰਦੇ ਖਾਨਾ ਜਿੰਨੀ ਕੁ ਵਿਦਿਆ ਸਿੱਖੀ ਹੈ ਨਾ ਉਸਤਾਦਾਂ ਕੋਲੋਂ, ਅੱਜ ਉਹ ਸਾਰੀ ਅਜਮਾਲ ਹੈ। ਕਿਤੇ ਮਨ ਵਿੱਚ ਨਾ ਰਹਿ ਜਾਵੇ ਤੇਰੇ ਕੋਈ ਅਰਮਾਨ ਵੀ ਮੈਂ ਆਪਣੇ ਉਸਤਾਦ ਦਾ ਸਿੱਖਿਆ ਇਹ ਵਾਰ ਨਹੀਂ ਕੀਤਾ। ਜਿੰਨੇ ਕਿ ਤੂੰ ਉਸਤਾਦਾਂ ਕੋਲੋਂ ਸਿੱਖੇ ਆ ਵਾਰ, ਉਹ ਸਾਰੇ ਹੀ ਕਰ ਲੈ। ਹਾਂਜੀ, ਸਭ ਕਰੋ ਦਿਖਾਵਨ ਆਜ ਆਪ। ਅੱਜ ਉਹ ਆਪਣੇ ਵਾਰ ਕਰਕੇ ਦਿਖਾ, ਸਾਨੂੰ ਵੇਖੀਏ ਵੀ ਤੂੰ ਆਪਣੇ ਉਸਤਾਦ ਕੋਲੋਂ ਕੀ ਸਿੱਖਿਆ ਤੇ ਅਸੀਂ ਆ ਬਾਬਾ ਬੁੱਢਾ ਜੀ ਕੋਲੋਂ ਕੀ ਸਿੱਖੇ। ਛੇਵੇਂ ਪਾਤਸ਼ਾਹ ਬਾਬਾ ਬੁੱਢਾ ਜੀ ਕੋਲੋਂ ਇਹ ਸ਼ਸਤਰ ਵਿਦਿਆ ਪ੍ਰਾਪਤ ਕੀਤੀ ਤੇ ਉਹਦੇ ਉਸਤਾਦ ਨੂੰ ਕਹਿੰਦੇ ਵੀ ਜੋ ਤੇਰੇ ਉਸਤਾਦ ਨੇ ਸਿਖਾਇਆ ਉਹ ਵੀ ਦੇਖ ਲਈਏ। ਵਿਸ਼ਵਾਸ ਜਾਸ ਕੇ ਧਰਹਿ ਦਾਪ। ਆ ਜਿਹੜੀ ਵਿਦਿਆ ਦੇ ਉੱਤੇ ਵਿਸ਼ਵਾਸ ਕਰਕੇ ਤੂੰ ਆਇਆ, ਹਰ ਇੱਕ ਬੰਦੇ ਨੂੰ ਆਪਣੀ ਵਿਦਿਆ ਦਾ ਕੁਝ ਨਾ ਕੁਝ ਤਾਂ ਮਾਣ ਹੁੰਦਾ ਹੀ ਹੈ ਨਾ, ਵੀ ਮੈਂ ਇੰਨਾ ਕੁਝ ਸਿੱਖਿਆ ਆ। ਤੇ ਸ਼ਸਤਰ ਵਿਦਿਆ ਦਾ ਮਾਣ ਹੁੰਦਾ। ਤੂੰ ਬਈ ਸ਼ਸਤਰ ਵਿਦਿਆ ਦੇ ਮਾਣ ਤੇ ਆਇਆ ਸਾਡੇ ਸਾਹਮਣੇ, ਤੇ ਇਹ ਨਾ ਹੋਵੇ ਵੀ ਤੇਰੇ ਮਨ 'ਚ ਕੋਈ ਅਰਮਾਨ ਰਹਿ ਜਾਏ ਵੀ ਆਹ ਵਾਰ ਨਹੀਂ ਕੀਤਾ, ਮੈਂ ਕਰਦਾ ਤੇ ਸਫਲ ਹੋ ਜਾਣਾ ਸੀ। ਹਾਂਜੀ, ਦਲ ਦੋਹਨ ਕੇਰ ਜੋ ਦਾ ਦਿਖੰਤ। ਦੋਵਾਂ ਪਾਸਿਆਂ ਦੇ ਯੋਧੇ ਦੇਖ ਰਹੇ ਨੇ, ਸਾਡੀ ਫੌਜ ਵੀ ਦੇਖ ਰਹੀ ਹੈ ਖਾਨਾ, ਤੇ ਤੇਰੀ ਫੌਜ ਵੀ ਦੇਖ ਰਹੀ ਹੈ। ਸਭ ਜੀਤ ਹਾਰ ਆਸਾ ਤਰੰਤ। ਸਾਰੇ ਜਿੱਤ ਹਾਰ ਦੀ ਆਸਾ ਲਈ ਬੈਠੇ ਨੇ। ਸਾਡੇ ਸਿੱਖ ਵੀ ਜਿੱਤ ਦੀ ਆਸ ਲਾਈ ਬੈਠੇ ਨੇ, ਤੁਹਾਡੇ ਬੰਦੇ ਵੀ ਜਿੱਤ ਦੀ ਆਸ ਲਾ ਕੇ ਬੈਠੇ ਨੇ। ਤੇਰੇ ਉੱਤੇ ਉਹਨਾਂ ਨੂੰ ਉਮੀਦਾਂ ਨੇ, ਤੇਰੇ ਬੰਦਿਆਂ ਨੂੰ, ਸਾਡੇ ਉੱਤੇ ਸਾਡੇ ਸਿੱਖਾਂ ਨੂੰ ਉਮੀਦਾਂ ਨੇ। ਜਿੱਤ ਹਾਰ ਦਾ ਫੈਸਲਾ ਤੇਰੀ ਤੇ ਮੇਰੀ ਤਲਵਾਰ ਨੇ ਕਰਨਾ ਹੈ। ਹਾਂਜੀ, ਅਬ ਪ੍ਰਥਮ ਵਾਰ ਕਰ ਲਿਓ ਪ੍ਰਹਾਰ। ਮਹਾਰਾਜ ਕਹਿੰਦੇ ਪਹਿਲਾ ਵਾਰ ਕਰ ਲੈ ਖਾਨਾ, ਕਿਤੇ ਤੇਰੇ ਦਿਲ ਵਿੱਚ ਅਰਮਾਨ ਨਾ ਰਹਿ ਜਾਵੇ। ਅਵੇ ਲੋਕ ਹੈ ਬਲ ਕੇ ਤਿਕ ਜੁਝਾਰ। ਵੇਖ ਲਈਏ ਸੂਰਮਿਆ ਤੇਰਾ ਬਲ ਕਿੰਨਾ ਕੁ ਹੈ, ਕਿੰਨੀ ਕੁ ਤੈਨੂੰ ਵਿਦਿਆ ਆਉਂਦੀ ਤੇ ਕਿੰਨਾ ਕੁ ਤੇਰਾ ਡੋਲਿਆਂ ਵਿੱਚ ਦਮ ਹੈ। ਹਾਂਜੀ, ਸੁਨ ਧੀਰ ਸਹਿਤ ਗੁਰ ਕੇ ਸੁਨ ਬੈਨ। ਗੁਰੂ ਸਾਹਿਬ ਦੇ ਧੀਰਜ ਭਰੇ ਹੌਸਲੇ ਭਰੇ ਬਚਨ ਸੁਣ ਕੇ ਤਬ ਮੁਗਲ ਸਖਾਂ ਕਰ ਸਮੁਖ ਨੈਣ। ਮੁਗਲ ਸਖਾਂ ਨੇ ਮਹਾਰਾਜ ਵੱਲ ਵੇਖਿਆ, ਅੱਖਾਂ ਵਿੱਚ ਅੱਖਾਂ ਪਾਈਆਂ, ਕਿਉਂਕਿ ਜਦੋਂ ਗੱਤਕਾ ਖਿਡਾਇਆ ਜਾਂਦਾ, ਸਿਖਾਇਆ ਜਾਂਦਾ, ਬਹੁਤ ਸਾਰੇ ਪੁਆਇੰਟ ਨੋਟ ਕਰਾਏ ਜਾਂਦੇ। ਸਭ ਤੋਂ ਜ਼ਰੂਰੀ ਹੁੰਦਾ ਵੀ ਅੱਖ ਦੇ ਵਿੱਚ ਅੱਖ ਪਾ ਕੇ ਰੱਖਣੀ ਹੈ। ਇੰਨਾ ਧਿਆਨ ਰੱਖਣਾ ਵੀ ਅੱਖ ਫਰਕਣੀ ਨਹੀਂ ਚਾਹੀਦੀ। ਕਿਸੇ ਬਹੁਤ ਵੱਡੇ ਵਿਦਵਾਨ ਨੇ ਲਿਖਿਆ ਕਿ ਦੁਨੀਆ ਵਿੱਚ ਧਿਆਨ ਲਾਉਣ ਦੇ ਹਜ਼ਾਰਾਂ ਤਰੀਕੇ ਕੱਢੇ ਗਏ। ਗੁਰੂ ਗੋਰਖਨਾਥ ਤੋਂ ਲੈ ਕੇ ਬੜੇ ਬੜੇ ਸਾਧੂਆਂ ਸੰਤਾਂ ਨੇ ਧਿਆਨ ਜੋੜਨ ਦੇ ਬੜੇ ਤਰੀਕੇ ਵੱਖਰੇ ਵੱਖਰੇ ਕੀਤੇ। ਗੁਰੂਆਂ ਨੇ, ਰਿਸ਼ੀਆਂ ਨੇ, ਸਾਧੂਆਂ ਨੇ, ਸੰਤਾਂ ਨੇ। ਪਰ ਜਿਹੜਾ ਤਰੀਕਾ ਕਲਗੀਧਰ ਨੇ ਦੱਸਿਆ, ਕਹਿੰਦੇ ਉਹਦੇ ਵਰਗਾ ਧਿਆਨ ਲਾਉਣ ਦਾ ਤਰੀਕਾ ਹੋਰ ਕੋਈ ਵੀ ਨਹੀਂ। ਜਿੰਨੀ ਛੇਤੀ ਧਿਆਨ ਗੱਤਕੇ 'ਚ ਲੱਗਦਾ ਨਾ, ਜਿੰਨਾ ਛੇਤੀ ਬੰਦੇ ਦਾ ਧਿਆਨ ਗੱਤਕੇ 'ਚ ਲੱਗਦਾ, ਦੁਨੀਆ ਦੇ ਕਿਸੇ ਕੰਮ 'ਚ ਧਿਆਨ ਨਹੀਂ ਲੱਗਦਾ। ਜਿੰਨਾ ਮਰਜ਼ੀ ਸਮਾਧੀਆਂ ਲਾ ਕੇ ਮੈਡੀਟੇਸ਼ਨ ਕਰੀ ਜੋ, ਮਨ ਨੇ ਭਟਕੀ ਜਾਣਾ, ਭਟਕੀ ਜਾਣਾ। ਪਰ ਜਦੋਂ ਅੱਖਾਂ ਪਈਆਂ ਹੁਣ ਸਾਹਮਣੇ, ਹੱਥ 'ਚ ਡਾਂਗ, ਸੋਟਾ, ਢਾਲ, ਤਲਵਾਰ ਫੜੀ ਹੋਵੇ, ਦੂਜੀ ਗੱਲ ਚੇਤੇ ਆਜੂ ਕੋਈ? ਮਾੜੀ ਜੀ ਪਰੇ ਅੱਖ ਗਈ ਤਾਂ ਮੂੰਹ ਤੇ ਪੈਣੀ ਹੈ। ਇਸ ਕਰਕੇ ਜਿੰਨਾ ਧਿਆਨ ਗੱਤਕੇ 'ਚ ਲੱਗਦਾ, ਦੁਨੀਆ ਦਾ ਕੋਈ ਮੈਡੀਟੇਸ਼ਨ ਦਾ ਤਰੀਕਾ ਇਹਦਾ ਬਰਾਬਰੀ ਨਹੀਂ ਕਰ ਸਕਦਾ।
ਤੇ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਖਾਲਸਾ ਸੋਏ ਜੋ ਕਰੈ ਨਿਤ ਜੰਗ। ਸ਼ਸਤਰ ਵਿਦਿਆ ਬਹੁ ਅਭਿਆਸ ਹੈ, ਬਹੁ ਅਭਿਆਸ ਬਾਣੀ ਦਾ, ਬਹੁ ਅਭਿਆਸ ਨਾਮ ਦਾ, ਤੇ ਬਹੁਤ ਅਭਿਆਸ ਸ਼ਸਤਰ ਵਿਦਿਆ ਦਾ। ਮਹਾਰਾਜ ਕਹਿੰਦੇ ਵੀ ਧਿਆਨ ਨਾਲ ਜਨ ਕਰ ਸਾਡੇ ਨਾਲ, ਤੇ ਦੋਵਾਂ ਦੀਆਂ ਅੱਖਾਂ ਚਾਰ ਹੋ ਗਈਆਂ, ਅੱਖਾਂ 'ਚ ਅੱਖਾਂ ਪੈ ਗਈਆਂ, ਧਿਆਨ ਇੱਕ ਥਾਂ ਤੇ ਕੇਂਦਰਿਤ ਹੋ ਗਿਆ। ਹਾਂਜੀ, ਚਾਹਤ ਪ੍ਰਹਾਰ ਨਹਿ ਦਾਵ ਪਾਏ। ਅੱਖਾਂ ਗੁਰੂ ਸਾਹਿਬ ਦੀਆਂ ਵੱਲ ਦੇਖਦਾ ਤੇ ਚਾਹੁੰਦਾ ਵੀ ਮੈਂ ਅੱਖ ਝਮਕੇ ਤੇ ਵਾਰ ਕਰਾਂ, ਪਰ ਉਹਨੂੰ ਦਾ ਮਿਲਦਾ ਨਹੀਂ। ਕਿਹੜੇ ਪਾਸਿਓਂ ਵਾਰ ਕਰਾਂ, ਕਿਹੜੇ ਪਾਸਿਓਂ? ਜਿੱਧਰ ਉਹ ਜਾਂਦਾ ਮਹਾਰਾਜ ਦੀ ਨਿਗਾਹ ਉਧਰ ਹੀ ਹੈ। ਹਾਂਜੀ, ਜੇ ਹਤੋਂ ਖੜਗ ਤਨ ਲੈ ਬਚਾਏ। ਜੇ ਮੈਂ ਤਲਵਾਰ ਮਾਰਾਂਗਾ ਤੇ ਰੋਕ ਲੈਣਗੇ। ਕਰ ਅਗਰ ਢਾਲ ਆ ਡੋ ਕਰੇ। ਜੇ ਮੈਂ ਤਲਵਾਰ ਦਾ ਵਾਰ ਕੀਤਾ, ਇਹਨਾਂ ਨੇ ਢਾਲ ਤੇ ਰੋਕ ਲੈਣਾ। ਮੁਗਲਸ ਖਾਨ ਨੂੰ ਅਹਿਸਾਸ ਹੋ ਗਿਆ ਵੀ ਇਹਨਾਂ ਦੀ ਅੱਖ ਦੱਸ ਰਹੀ ਹੈ, ਬੜੀ ਤੇਜ਼ ਅੱਖ ਹੈ। ਤੇਜ਼ ਅੱਖ ਵਾਲਾ ਜਿਹੜਾ ਉਹ ਪੂਰੇ ਚੌਕਸੀ ਨਾਲ ਦੇਖ ਰਿਹਾ, ਇਹ ਹੁਣ ਮੈਂ ਜਿੱਧਰ ਮਾਰਾਂਗਾ ਉਧਰੋਂ ਰੋਕਣਗੇ। ਹਾਂਜੀ, ਹੋਏ ਬੇਫਲ ਵਾਰ ਕੁਛ ਨਾਹੇ ਸਰੇਹ। ਮੇਰੇ ਕੋਲੋਂ ਕੰਮ ਸਰਨਾ ਨਹੀਂ, ਵਾਰ ਮੇਰਾ ਨਿਸਫਲ ਚਲਾ ਜਾਣਾ, ਵਾਰ ਮੇਰਾ ਖਾਲੀ ਚਲਾ ਜਾਣਾ। ਮੁਗਲਸ ਖਾਨ ਨੂੰ ਸੁੱਝ ਗਿਆ। ਗੁਰ ਸਾਵਧਾਨ ਹੋਏ ਚੌਫੇਰ। 7.5 ਫੁੱਟ ਉੱਚੇ ਮਹਾਰਾਜ 6ਵੇਂ ਪਾਤਸ਼ਾਹ, ਐਡੀ ਵੱਡੀ ਚੌੜੀ ਛਾਤੀ, ਹਾਥੀ ਦੀ ਸੁੰਡ ਵਰਗੀਆਂ ਬਾਹਾਂ, ਬੜਾ ਜਾਹੋ ਜਲਾਲ ਵਾਲਾ ਚਿਹਰਾ ਸਾਹਮਣੇ ਦਿਖਦਾ ਮੁਗਲਸ ਖਾਨ ਨੂੰ। ਤੇ ਦੇਖਦਾ ਵੀ ਇਹਨਾਂ ਉੱਤੇ ਵਾਰ ਹੁਣ ਮੈਂ ਕਿੱਧਰੋਂ ਕਰਾਂ। ਚਾਰੇ ਪਾਸਿਓਂ ਸੁਚੇਤ ਨੇ, ਸਾਵਧਾਨ ਨੇ। ਸ਼ਮਸ਼ੇਰ ਹਾਥ ਸ਼ਮਸ਼ੇਰ ਹੇਰ। ਮਹਾਰਾਜ ਦੇ ਹੱਥ ਵਿੱਚ ਸ਼ਮਸ਼ੀਰ ਹੈ ਤੇ ਸ਼ਮਸ਼ੇਰ, ਸ਼ੇਰ ਵਰਗਾ ਜਬਾ ਜਾਹੋ ਜਲਾਲ ਹੈ। ਤੱਕ ਰਹਿਓ ਬਹੁਤ ਨਹਿ ਦਾਵ ਪਾਏ। ਕਹਿੰਦੇ ਮੁਗਲਸ ਖਾਂ ਬੜਾ ਤੱਕਦਾ ਰਿਹਾ, ਸੱਜੇ ਖੱਬੇ ਅੱਗੇ ਪਿੱਛੇ ਹੋ ਕੇ ਪੈਂਤਲੇ, ਵੀ ਮੈਂ ਦਾ ਵੇਖਾਂ ਤੇ ਮਾਰਾਂ, ਪਰ ਦਾ ਮਿਲਦਾ ਕੋਈ ਨਹੀਂ ਪਿਆ। ਤਬ ਪਰਿਓ ਆਨ ਅਸ ਕੋ ਉਠਾਏ। ਫਿਰ ਇੱਕਦਮ ਛਾਲ ਮਾਰ ਕੇ ਆਇਆ ਪਿਆ, ਫਿਰ ਢਾਲ ਤਲਵਾਰ ਲੈ ਕੇ ਮੁਗਲਸ ਖਾਨ ਉਪਰ ਜਨਾਏ ਤਰ ਕੋ ਪ੍ਰਹਾਰ। ਉਹਨੇ ਆਪਣੇ ਹੱਥ ਦਾ, ਆਪਣੀ ਅੱਖਾਂ ਦਾ ਇਸ਼ਾਰਾ ਸਿਰ ਵੱਲ ਕੀਤਾ ਵੀ ਮੈਂ ਹੁਣ ਤੁਹਾਡੀ ਗਰਦਨ ਤੇ ਵਾਰ ਕਰ ਰਿਹਾ। ਗੁਰ ਗਏ ਕੂਦ ਗਾ ਛੂਛ ਵਾਰ। ਪਰ ਵਾਰ ਉੱਤੇ ਨਹੀਂ ਕੀਤਾ। ਉਹਨੇ ਦਿਖਾਇਆ ਵੀ ਆ ਉੱਪਰ ਆ ਰਿਹਾ, ਏਦਾਂ ਕਰਕੇ ਵਾਰ ਮਾਰਿਆ ਥੱਲੇ ਗੁਰੂ ਸਾਹਿਬ ਦੀਆਂ ਲੱਤਾਂ ਤੇ। ਮਹਾਰਾਜ ਸੱਚੇ ਪਾਤਸ਼ਾਹ ਉਸ ਤੋਂ ਵੀ ਵੱਡੇ ਧਿਆਨੀ ਸਨ। ਮਹਾਰਾਜ ਆਪਣੇ ਦੋਵੇਂ ਹੀ ਚਰਨ ਉਹਦਾ ਨੂੰ ਕਰ ਲਏ, ਕੁੱਦ ਗਏ ਉੱਪਰ ਨੂੰ, ਤਲਵਾਰ ਥੱਲਿਓਂ ਦੀ ਖਾਲੀ ਲੰਘ ਗਈ। ਸੱਚੇ ਪਾਤਸ਼ਾਹ ਨੂੰ ਝਰੀਟ ਵੀ ਨਹੀਂ ਲੱਗੀ। ਹਾਂਜੀ, ਉਹਨੇ ਖੜਗ ਸੀਸ ਕੀ ਦਿਸ਼ ਚਲਾਏ। ਉਹਨੇ ਦੂਜਾ ਵਾਰ ਲਿਆਂਦਾ, ਫਿਰ ਸਿਰ ਵੱਲ ਕੀਤਾ ਵੀ ਹੁਣ ਸਿਰ ਤੇ ਨਹੀਂ ਰੋਕਣਗੇ, ਹੁਣ ਸ਼ਾਇਦ ਇਹ ਸਮਝਣਗੇ ਵੀ ਮੇਰੇ ਪੈਰਾਂ ਤੇ ਵਾਰ ਦੂਜਾ। ਉਹਨੇ ਦੂਜਾ ਵਾਰ ਮਹਾਰਾਜ ਦੇ ਕੰਨ ਪੱਟੀ ਦਾ ਕੀਤਾ। ਗੁਰ ਸਿਪਰ ਸ਼ੀਗਰ ਹੀ ਕਰ ਬਚਾਏ। ਤੇ ਸਤਿਗੁਰੂ ਜਾਣਦੇ ਸਨ ਦਾ ਪੇਚ ਵੀ ਹੁਣ ਇਹਨੇ ਕਰਨਾ ਕੀ ਆ। ਦੂਜਾ ਮਹਾਰਾਜ ਨੇ ਵਾਰ ਢਾਲ ਦੇ ਉੱਤੇ ਹੀ ਰੋਕ ਲਿਆ। ਤੇ ਰੋਕ ਉਪਰੇ ਹੱਥ ਲੀਨ। ਇੱਥੇ ਹੀ ਮਹਾਰਾਜ ਨੇ ਨਾ ਉਹਦਾ ਹੱਥ, ਪਹਿਲਾਂ ਉਹਨੇ ਥੱਲਿਓਂ ਮਾਰਿਆ, ਸਤਿਗੁਰੂ ਟੱਪ ਗਏ, ਉਹ ਵਾਰ ਖਾਲੀ ਗਿਆ। ਉਹਨੇ ਦੂਜਾ ਲਿਆ ਕੇ ਉੱਤੇ ਕੰਨ ਪੱਟੀ ਦਾ, ਮਹਾਰਾਜ ਦੇ ਕੰਨ ਦੇ ਕੋਲੋਂ ਧੌਣ ਦੇ ਉੱਤੇ ਮਾਰਨਾ ਹੁੰਦਾ, ਇਹਨੂੰ ਕੰਨ ਪੱਟੀ ਦਾ ਵਾਰ ਕਹਿੰਦੇ। ਉਹਨੇ ਮਾਰਿਆ ਜਦੋਂ, ਤੇ ਪਾਤਸ਼ਾਹ ਉੱਤੇ ਹੀ ਢਾਲ ਦੇ ਝੱਲ ਲਿਆ। ਗੈ ਖੜਗ ਆਪਨੋ ਵਾਰ ਕੀਨ। ਤੇ ਆਪਣੀ ਤੇਗ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਿਆਰ ਕੀਤੀ ਹੋਈ ਸੀ। ਤੇ ਮਹਾਰਾਜ ਕਹਿੰਦੇ ਖਾਨਾ ਵਾਰ ਇਉਂ ਨਹੀਂ, ਇਉਂ ਕਰੀਦਾ ਹੈ। ਹਾਂਜੀ, ਪੁੱਜ ਕੇ ਤਰੇ ਸੋ ਤਹਿ ਲਗੇ ਜਾਏ। ਮਹਾਰਾਜ ਦੀ ਸਾਧ ਸੰਗਤ ਦੀ ਤਲਵਾਰ ਚੱਲੀ ਇੱਥੇ ਵੱਖੀ ਦੇ ਥੱਲੇ, ਬਾਂਹ ਦੇ ਥੱਲੇ, ਆ ਜਿੱਥੇ ਆਪਣਾ ਹਾਰਟ ਹੈ, ਦਿਲ ਹੈ, ਇੱਥੇ ਪਸਲੀਆਂ ਨੇ, ਹੱਡੀਆਂ ਨੇ, 24 ਪਸਲੀਆਂ ਹੁੰਦੀਆਂ। ਉਹ ਪਸਲੀਆਂ ਦੇ ਉੱਤੇ ਆ ਕੇ ਕਹਿੰਦੇ ਤਲਵਾਰ ਦਾ ਵਾਰ ਵੱਜਾ ਮੁਗਲਸ ਖਾਨ ਦੇ। ਬਲ ਸਹਿਤ ਬਹਿਓ ਇਸ ਬਿਦ ਸਫਾਏ। ਇਹਨੂੰ ਚੀਰ ਦਾ ਵਾਰ ਕਹਿੰਦੇ ਆ, ਗਤਕੇ ਵਾਲੇ। ਕੰਨ ਪੱਟੀ ਦਾ ਵਾਰ, ਚੀਰ ਦਾ ਵਾਰ, ਮੋਢਾ ਗੋਡਾ, ਪੱਖੀ ਪੇਟ, ਹੂਲ, ਇਹ ਬਹੁਤ ਸਾਰੇ ਵਾਰ ਹੁੰਦੇ ਆ। ਜਿਹੜਾ ਇਹ ਚੀਰ ਦਾ ਵਾਰ ਹੁੰਦਾ ਨਾ, ਇਹ ਰੁਕਦਾ ਨਹੀਂ ਕਿਸੇ ਕੋਲ। ਕੋਈ ਸੂਰਮਾ ਬਹੁਤ ਹੀ ਚੰਗਾ ਉਸਤਾਦ ਨੂੰ ਸਿੱਖਿਆ ਰੋਕ ਲਵੇ, ਵੈਸੇ ਰੁਕਦਾ ਨਹੀਂ। ਚੀਰ ਦਾ ਵਾਰ ਮਾਰਿਆ, ਇੱਥੋਂ ਚੀਰ ਕੇ ਸਾਧ ਸੰਗਤ ਜੀ ਇਸ ਮੋਢੇ ਦੇ ਕੋਲ ਦੀ ਸੱਚੇ ਪਾਤਸ਼ਾਹ ਨੇ ਉਡਾ ਦਿੱਤਾ। ਸਭ ਸ਼ਸਤਰ ਬਸਤਰ ਪਹਿਰੇ ਜੇ ਅੰਗ। ਜਿੰਨੇ ਪਿੰਡੇ ਦੇ ਸ਼ਸਤਰ ਬਸਤਰ ਪਹਿਨੇ ਹੋਏ ਸੀ, ਸੰਜੋ ਪਾਈ ਹੋਈ ਸੀ ਲੋਹੇ ਦੀ, ਸੰਜੋ ਵੀ ਇੰਜ ਵੱਢ ਕੇ ਸੁੱਟ ਦਿੱਤੀ ਜਿਵੇਂ ਕਾਗਜ਼ ਦਾ ਟੁਕੜਾ ਚੀਰੀ ਦਾ ਹੈ।
ਸਤਿ ਸ੍ਰੀ ਅਕਾਲ। ਕਟ ਗਏ ਸਕਲ ਇੱਕ ਬਾਰ ਸੰਗ। ਸਾਧ ਸੰਗਤ ਜੀ, ਨਾ ਸੰਜੋ ਬਚੀ ਨਾ ਕੋਈ ਸ਼ਸਤਰ ਬਸਤਰ। ਜਿਹੜਾ ਵੀ ਤਲਵਾਰ ਦੀ ਰੇਂਜ ਵਿੱਚ ਆਇਆ ਐ ਚੀਰ ਕੇ ਲੰਘੀ ਤੇਗ। ਇੱਥੋਂ ਵੱਖੀ ਤੋਂ ਵੱਜੀ, ਖੱਬਾ ਮੋਢਾ ਰਹਿ ਗਿਆ ਇੱਕ ਪਾਸੇ, ਨਾਲ ਹੀ ਗਰਦਨ ਰਹਿ ਗਈ। ਇਹ ਬਾਂਹ ਸੱਜੀ ਖੱਬੀ, ਇੱਕ ਬਾਂਹ ਖੱਬੀ ਤੇ ਇੱਕ ਗਰਦਨ ਉੱਪਰਲਾ ਸਿਰ ਇੱਧਰ ਰਹਿ ਗਿਆ। ਦੋ ਲੱਤਾਂ ਤੇ ਇੱਕ ਬਾਂਹ ਤੇ ਪੇਟ ਵਾਲਾ ਹਿੱਸਾ ਦੂਜੇ ਪਾਸੇ ਹੋ ਗਿਆ। ਹਾਂਜੀ, ਗਨ ਪਾਸ ਰੀਨ ਸਭ ਕਾਟ ਦੀਨ। ਜਿੰਨੀਆਂ ਪਸਲੀਆਂ ਸਨ, ਆ ਪਸਲੀਆਂ ਕਹਿੰਦੇ ਹੱਡੀਆਂ ਜਿਹੜੀਆਂ ਸਾਡੇ ਦੋਏ ਪਾਸੇ ਫੇਫੜਿਆਂ ਦੀਆਂ, ਇਹ ਸਾਰੀਆਂ ਪਸਲੀਆਂ ਵੱਢ ਕੇ ਲੰਘੀ ਤਲਵਾਰ। ਜੁਗ ਖੰਡ ਹੋਏ ਧਰ ਪਰਨ ਕੀਨ। ਬੜਾ ਜਵਾਨ ਸੀ ਮੁਗਲ ਸਖਾਂ, ਧਰਤੀ ਤੇ ਧੜਮ ਕਰਕੇ ਦੋ ਟੋਟੇ ਹੋ ਕੇ ਡਿੱਗਾ। ਸਿਰ ਭੁਜਾ ਸਹਿਤ ਪਾ ਏਕ ਖੰਡ। ਇੱਕ ਪਾਸੇ ਇੱਕ ਬਾਂਹ ਤੇ ਸਿਰ ਉਹਦਾ ਦੋ ਟੋਟੇ ਹੋਏ, ਯਾਨੀ ਇੱਕ ਟੋਟੇ ਵਿੱਚ ਉਹਦੀ ਖੱਬੀ ਬਾਂਹ ਸੀ ਤੇ ਉਹਦਾ ਸਿਰ ਸੀ, ਤੇ ਬਾਕੀ ਇੱਕ ਸੱਜੀ ਬਾਂਹ ਤੇ ਦੋ ਲੱਤਾਂ ਤੇ ਬਾਕੀ ਥੱਲੇ ਵਾਲਾ ਹਿੱਸਾ ਇੱਕ ਪਾਸੇ ਡਿੱਗਾ ਜਾ ਕੇ। ਜੁਗ ਚਰਨ ਜੁਗਤ ਦੁਤਿਓ ਪ੍ਰਚੰਡ। ਕਹਿੰਦੇ ਦੋਵੇਂ ਪੈਰ ਤੇ ਇੱਕ ਬਾਂਹ ਉਹ ਦੂਸਰੇ ਪਾਸੇ ਹੋ ਗਏ। ਇਮ ਬਹਿਓ ਖੜਗ ਸਭ ਕਾਟ ਡਾਰ। ਇਸ ਤਰ੍ਹਾਂ ਸਤਿਗੁਰਾਂ ਦੀ ਤੇਗ ਵਹਿ ਗਈ। ਇਸ ਤਰ੍ਹਾਂ ਸਤਿਗੁਰਾਂ ਦੀ ਤੇਗ ਜਿਵੇਂ ਸਾਬਣ ਦੇ ਵਿੱਚੋਂ ਤਾਰ ਲੰਘਦੀ ਹੈ ਨਾ ਆਰਾਮ ਦੇ ਨਾਲ, ਐਡੇ ਵੱਡੇ ਜਵਾਨ ਦੇ ਧੜ ਵਿੱਚੋਂ ਪਾਰ ਲੰਘ ਗਈ ਛੇਵੇਂ ਪਾਤਸ਼ਾਹ ਦੀ ਤੇਗ। ਸਾਬੂਣ ਹੈ ਤੇ ਜਿਮ ਤਾਰ ਪਾਰ। ਜਿਵੇਂ ਸਾਬਣ ਵਿੱਚੋਂ ਤਾਰ ਪਾਰ ਹੋ ਜਾਂਦੀ ਹੈ। ਰਹਿ ਗਈ ਆਂਖ ਪਸਰੀ ਵਿਸਾਲ। ਸਾਧ ਸੰਗਤ ਜੀ, ਮੁਗਲ ਸਖਾਂ ਦੀਆਂ ਅੱਖਾਂ ਖੁੱਲੀਆਂ ਤੇ ਖੁੱਲੀਆਂ ਰਹਿ ਗਈਆਂ, ਝਪਕਣੀਆਂ ਮਿਲੀਆਂ ਨਹੀਂ, ਬੰਦ ਨਹੀਂ ਹੋਈਆਂ। ਫਿਰ ਹਾਂਜੀ, ਕਰ ਵਿਖਿਆ ਖੜਗ ਨਾ ਗੋਕਰਾਲ। ਤੇ ਤਲਵਾਰ ਜਿਹੜੀ ਉਹਦੇ ਹੱਥ ਵਿੱਚ ਸੀ ਨਾ ਸੱਜੇ ਪਾਸੇ, ਉਹ ਸੱਜੀ ਬਾਂਹ 'ਚ ਰਹਿ ਗਈ, ਤੇ ਢਾਲ ਜਿਹੜੀ ਸੀ ਉਹਦੀ ਉਹ ਖੱਬੀ ਬਾਂਹ 'ਚ ਰਹਿ ਗਈ। ਹਾਂਜੀ, ਦੇਹ ਮਰਿਓ ਦੇਖ ਗੁਰ ਦਲ ਬਿਲੰਦ। ਜਦੋਂ ਮੁਗਲ ਸਖਾਂ ਮਰ ਗਿਆ, ਮੁਗਲ ਸਖਾਂ ਨੂੰ ਮਹਾਰਾਜ ਨੇ ਝਟਕ ਦਿੱਤਾ। ਕਹਿ ਵਿਜੈ ਸਦਾ ਸ੍ਰੀ ਹਰਗੋਬਿੰਦ। ਗੁਰੂ ਕੇ ਸਿੱਖਾਂ ਨੇ ਜੈਕਾਰੇ ਗੁਰੂ ਹਰਗੋਬਿੰਦ ਸਾਹਿਬ ਦੀ ਵਿਜੈ ਦੇ ਜਿੱਤ ਦੇ ਗਜਾ ਦਿੱਤੇ। ਇੱਕ ਖੜਗ ਖਾਨ ਕੇ ਬਹਿਸ ਘਾਏ। ਜਦੋਂ ਖਾਨ ਨੂੰ ਤੇਗ ਵੱਜੀ, ਬਿਸਮਾਦ ਭਏ ਸਭ ਤੁਰਕ ਧਾਏ। ਸਾਰੇ ਤੁਰਕ ਹੈਰਾਨ ਹੋ ਗਏ ਤੇ ਅੱਗੇ ਲੜਨ ਵਾਸਤੇ ਵਧੇ ਹਨ। ਇੱਕ ਬਾਰ ਓਰੜੇ ਗਨ ਤਫੰਗ। ਇੱਕ ਵਾਰੀ ਉਹਨਾਂ ਨੇ ਬੇਅੰਤ ਗੋਲੀਆਂ ਇਕੱਠੀਆਂ ਹੀ ਦਾਗ ਦਿੱਤੀਆਂ। ਸਭ ਹਿੰਨ ਚਲਾਏ ਬੇਗੀ ਤੁਰੰਗ। ਔਰ ਘੋੜੇ ਆਪਣੇ ਤੇਜ਼ ਕਰਕੇ ਆ ਪਏ। ਇੱਕ ਬਾਰ ਤੁਪਕ ਕੋ ਸਭ ਨਕੀਨ। ਇੱਕ ਵਾਰੀ ਤੇ ਗੋਲੀਆਂ ਦਾ ਕਾੜ ਕਾੜ ਮਚ ਗਈ। ਪੁਨ ਖੜਗ ਹਾਥ ਮਹਿ ਐਂਚ ਫਿਰ ਲੀਨ। ਤੇਗਾਂ ਖਿੱਚ ਲਈਆਂ ਮਿਆਨ ਚੋਂ। ਸਭ ਪਰੇ ਆਨ ਉਪਰ ਜੋ ਵਾਰ। ਸਾਰੇ ਗੁਰੂ ਦੇ ਉੱਤੇ ਆ ਪਏ ਵੀ ਗੁਰੂ ਨੂੰ ਮਾਰ ਲਈਏ, ਬਦਲਾ ਲੈ ਲਈਏ ਮੁਗਲ ਸਖਾਂ ਦਾ। ਮਿਲ ਗਏ ਆਪ ਮਹਿ ਮਾਰ ਮਾਰ। ਇਧਰੋਂ ਗੁਰੂ ਕੇ ਸਿੱਖ ਅੱਗੇ ਵੱਧ ਗਏ ਤੇ ਆਪਸ ਚ ਗੁੱਥਮ ਗੁੱਥਾ ਹੋ ਗਏ। ਸੂਰਮੇ ਲੜਾਈ ਫਿਰ ਮਚ ਗਈ। ਗੁਰ ਹੁਕਮ ਕੀਨ ਸੁਨ ਪੈਂਦ ਖਾਨ। ਮਹਾਰਾਜ ਪੈਂਦੇ ਖਾਨ ਨੂੰ ਹੁਕਮ ਦਿੱਤਾ। ਇੱਕ ਮਲਕ ਜਾਤੀ ਭੱਟ ਮਹਾਨ। ਦੂਸਰੇ ਜਾਤੀ ਮਲਕ ਗੁਰੂ ਘਰ ਦੇ ਪੁਰੋਤ ਦੇਹੋ ਬਿਧੀ ਚੰਦ ਕੋ ਸੰਗ ਧਾਰ। ਨਾਲ ਵਿਧੀ ਚੰਦ ਨੂੰ ਲੈ ਲਓ। ਗੁਰ ਅੰਗ ਸੰਗ ਸਦ ਹੀ ਤੁਮਾਰ। ਗੁਰੂ ਤੁਹਾਡੇ ਸਦਾ ਹੀ ਅੰਗ ਸੰਗ ਹੈ। ਸਰਦਾਰ ਰਹਿਓ ਨਹਿ ਛਤਰ ਕੋਏ। ਮਹਾਰਾਜ ਕਹਿੰਦੇ ਪੈਂਦੇ ਖਾਂ ਹੁਣ ਇਹਨਾਂ ਦੀ ਫੌਜ ਕੋਈ ਲੜਨ ਵਾਲਾ ਸਰਦਾਰ ਨਹੀਂ ਰਿਹਾ। ਗਹਿ ਖੜਗ ਕਰੋ ਇੱਕ ਤੇ ਸੋ ਦੋਏ। ਹੁਣ ਇਹਨਾਂ ਨੂੰ ਤੇਗਾਂ ਫੜ ਕੇ ਇੱਕ ਤੋਂ ਦੋ ਕਰ ਦਿਓ। ਹੁਣ ਝਟਕ ਦਿਓ ਇਹਨਾਂ ਨੂੰ, ਕਿਉਂਕਿ ਹੁਣ ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ। ਹੁਣ ਇਹ ਲੜਨ ਆਏ ਨੇ ਤੇ ਬੇਕਾਬੂ ਹੋ ਕੇ ਆਏ ਨੇ, ਹੁਣ ਇਹਨਾਂ ਨੂੰ ਮਾਰਨਾ ਹੀ ਪੈਣਾ ਹੈ। ਜੋ ਅਰਹਿ ਤਿਨਹੋ ਕਰ ਪ੍ਰਾਨ ਹਾਨ। ਜਿਹੜਾ ਅੱਗੋਂ ਹੱਥ ਚੁੱਕੇ ਲੜਾਈ ਕਰੇ, ਮੁਕਾਬਲਾ ਕਰੇ, ਮਾਰ ਦਿਓ। ਪਟ ਭੀੜ ਭਜਾਏ ਦੀ ਜੈ ਨਿਦਾਨ। ਤੇ ਜਿਹੜੇ ਕਾਇਰ ਬੁਝਦਿਲ ਭਜਦੇ ਨੇ ਜਾਣ ਦਿਓ। ਭਜਦੇ ਨੂੰ ਨਹੀਂ ਮਾਰੀਦਾ ਹੁੰਦਾ, ਡਿੱਗੇ ਨੂੰ ਨਹੀਂ ਮਾਰੀਦਾ, ਬਿਮਾਰ ਬੁੱਢੇ ਰੋਗੀ ਨੂੰ ਨਹੀਂ ਮਾਰੀਦਾ, ਇਸਤਰੀ ਦੇ ਵਾਰ ਨਹੀਂ ਕਰੀਦਾ। ਇਹੋ ਜਿਹੇ ਗੁਣ ਸੂਰਮੇ ਦੱਸਿਆ ਕਰਦੇ ਸਨ। ਮਹਾਰਾਜ ਕਹਿੰਦੇ ਜਿਹੜਾ ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਜਿਹੜਾ ਖਾਲਸੇ ਦੀ ਸ਼ਰਨ ਪੈਂਦਾ ਉਹਨੂੰ ਛੱਡ ਦਿਓ, ਜਿਹੜਾ ਭਜਦਾ ਨੂੰ ਭੱਜ ਜਾਣ ਦਿਓ, ਪਰ ਜਿਹੜਾ ਅੱਗੋਂ ਅੜਦਾ ਉਹਨੂੰ ਝਟਕ ਦਿਓ। ਹਾਂਜੀ, ਅਬ ਗਇਓ ਹੋਏ ਸੰਗਰਾਮ ਅੰਤ। ਇਸ ਤਰ੍ਹਾਂ ਫਿਰ ਜੰਗ ਦਾ ਅੰਤ ਹੋ ਗਿਆ। ਨੇ ਟਿਕ ਹੈ ਤੁਰਕ ਭਜ ਹੈ ਮਰੰਤ। ਮਹਾਰਾਜ ਕਹਿੰਦੇ ਹੁਣ ਇਹਨਾਂ ਭੱਜਣਾ ਅੱਗੇ ਲੱਗ ਲੱਗ ਕੇ, ਟਿਕਣਾ ਕੋਈ ਨਹੀਂ। ਗੁਰ ਹੁਕਮ ਪਾਏ ਕਰ ਪੈਂਦ ਖਾਨ। ਮਹਾਰਾਜ ਦਾ ਹੁਕਮ ਪਾ ਕੇ ਪੈਂਦੇ ਖਾਨ ਗਹਿ ਖੜਗ ਖੈਂਚ ਬੜ ਬਾੜਵਾਨ। ਬੜੀ ਤਿੱਖੀ ਤੇਗ ਮਿਆਨ ਚੋਂ ਖਿੱਚੀ। ਵਿੱਚ ਪਰਿਓ ਜਾਏ ਤੁਰਕਨ ਵਿਸਾਲ। ਮਹਾਬਲੀ ਸੂਰਮਾ ਪੈਂਦੇ ਖਾਂ
ਦੁਸ਼ਮਣ ਦੀਆਂ ਫੌਜਾਂ 'ਚ ਜਾ ਵੜਿਆ। ਜਿਵੇਂ ਮ੍ਰਿਗਨ ਵਿਖਿਆ ਕੇਹਰ ਘਰਾਲ। ਐਡਾ ਯੋਧਾ ਸੀ ਪੈਂਦੇ ਖਾਂ, ਕਹਿੰਦੇ ਜਿਵੇਂ ਹਿਰਨਾਂ ਦੇ ਵਿੱਚ ਬੱਬਰ ਸ਼ੇਰ ਆ ਗਿਆ ਹੋਵੇ। ਹਾਂਜੀ, ਬਹੁ ਉਥਲ ਪਥਲ ਕਰ ਕਾਟ ਡਾਰ। ਉਥਲ ਪੁਥਲ ਕਰ ਦਿੱਤੀ, ਕੱਟ ਕੱਟ ਸੁੱਟੀ ਜਾਂਦਾ ਗਾਜਰਾਂ ਮੂਲੀਆਂ ਦੀ ਤਰ੍ਹਾਂ। ਨਹਿ ਬਚ ਹੈ ਲਗ ਹੈ ਜਿਸ ਕੇ ਪ੍ਰਹਾਰ। ਜਿਹਨੂੰ ਮਾਰਦਾ ਤਲਵਾਰ ਦੋ ਟੋਟੇ ਕਰ ਦਿੰਦਾ, ਕਈ ਵਾਰੀ ਤੇ ਘੋੜੇ ਸਮੇਤ ਚੀਰ ਦਿੰਦਾ, ਐਡਾ ਜ਼ੋਰ ਦਾ ਵਾਰ ਕਰਦਾ ਸੀ। ਹਾਂਜੀ, ਇਤ ਬਿਧੀ ਚੰਦ ਦੌਰਿਓ ਰਸਾਏ। ਇਧਰ ਬਿਧੀ ਚੰਦ ਵੀਰ ਰਸ ਵਿੱਚ ਆਇਆ ਗਿਆ ਦੁਸ਼ਮਣ ਦੇ ਉੱਤੇ, ਕਰ ਮਾਰ ਮਾਰ ਦੀਨੇ ਗਿਰਾਏ। ਔਰ ਮਾਰ ਮਾਰ ਵੈਰੀ ਸੁੱਟੀ ਗਿਆ। ਬਰ ਵੀਰ ਮਲਕ ਜਾਤੀ ਸੋ ਕ੍ਰੋਧ। ਔਰ ਜਾਤੀ ਮਲਕ ਗੁਰੂ ਕਾ ਸੂਰਮਾ। ਗਹਿ ਖੜਗ ਸੰਘਾਰੇ ਅਨਕ ਜੋਧ। ਔਰ ਬੜੇ ਯੋਧੇ ਇਹਨਾਂ ਨੇ ਮਾਰ ਦਿੱਤੇ ਤੇਗਾਂ ਨਾਲ ਹੀ। ਇਤਿਆਦ ਅਪਰ ਗੁਰ ਸੂਰ ਧਾਏ। ਇਸ ਤਰ੍ਹਾਂ ਗੁਰੂ ਦੀ ਫੌਜ ਦੇ ਹੋਰ ਯੋਧੇ ਵੀ ਗਏ। ਜੇ ਪਰੇ ਦੌਰ ਸਭ ਕੋ ਭਜਾਏ। ਜਿਹੜੇ ਦੌੜ ਕੇ ਆਏ ਸੀ ਸਭ ਭਜਾ ਦਿੱਤੇ। ਹੁਣ ਕਟ ਗਏ ਬ੍ਰਿੰਦ ਧਰ ਪਰ ਗਿਰੰਤ। ਵੱਡ ਵੱਡ ਸੁੱਟੇ ਲਾਸ਼ਾਂ ਦੇ ਢੇਰ ਲਾਤੇ ਧਰਤੀ ਤੇ। ਗਨ ਰੁੰਡ ਮੁੰਡ ਖੰਡਤ ਪਰੰਤ। ਰੁੰਡ ਮੁੰਡ ਹੋ ਗਏ, ਟੋਟੇ ਟੋਟੇ ਹੋ ਗਏ, ਖੰਡਨ ਖੰਡ ਕਰ ਦਿੱਤੇ। ਕਿਹ ਕਟੇ ਹਾਥ ਕਿਹ ਪੈਰ ਅੰਗ। ਕਿਸੇ ਦਾ ਹੱਥ ਕਿਸੇ ਦਾ ਪੈਰ ਵੱਢ ਸੁੱਟਿਆ। ਕੋ ਮਰੇ ਤਰੇ ਦਬ ਹੱਥ ਤੁਰੰਗ। ਕੋਈ ਘੋੜਿਆਂ ਥੱਲੇ ਹੀ ਦਰੜ ਕੇ ਮਰ ਗਏ, ਦੌੜਦੇ ਘੋੜਿਆਂ ਥੱਲੇ ਆ ਗਏ। ਹਟ ਗਏ ਕਿਤਕ ਸੋ ਤਰਾਸ ਧਾਰ। ਕਈ ਡਰ ਕੇ ਪਿੱਛੇ ਭੱਜ ਗਏ। ਸਰਦਾਰਹੀਨ ਭਾਜੇ ਗਵਾਰ। ਬਿਨਾਂ ਫੌਜ ਦੇ ਜਰਨੈਲ ਦੇ 10ਵੇਂ ਪਾਤਸ਼ਾਹ ਨੇ ਆਪਣੀ ਬਾਣੀ 'ਚ ਲਿਖਿਆ, ਭੂਪ ਬਿਨਾਂ ਕਰੇ ਕੌਣ ਲੜਾਈ। ਇਹ ਬਾਣੀ ਦੀ ਪੰਕਤੀ ਆ, ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਬਾਣੀ 'ਚ ਬਚਨ ਹੁੰਦਾ, ਭੂਪ ਬਿਨਾਂ ਕਰੇ ਕੌਣ ਲੜਾਈ। ਕਹਿੰਦੇ ਭੂਪ ਤੋਂ ਰਾਜੇ ਤੋਂ ਬਿਨਾਂ ਕੌਣ ਲੜੇ। ਰਾਜਾ ਹੋਵੇਗਾ ਤਾਂ ਲੜਨਗੇ, ਰਾਜਾ ਮਰ ਗਿਆ ਫਿਰ ਕਿਹਦੀ ਅਗਵਾਈ 'ਚ ਲੜਨਾ। ਸੋ ਮੁਗਲ ਸਿਖਾਂ ਮਰ ਗਿਆ, ਹੁਣ ਕੌਣ ਲੜਨਾ। ਸਾਰੇ ਜਰਨੈਲ ਮਾਰੇ ਗਏ, ਹੁਣ ਸਿਪਾਹੀ ਜਿੱਧਰ ਮੂੰਹ ਆਇਆ ਦੌੜ ਉੱਠੇ। ਹਾਂਜੀ, ਗੁਰਸੈਨ ਪਿਛਾਰੀ ਜਾਤ ਘਾਏ। ਗੁਰੂ ਦੀ ਫੌਜ ਪਿੱਛੇ ਪਈ, ਇਹਨਾਂ ਨੂੰ ਝਟਕੀ ਜਾਂਦੀ ਹੈ। ਤਬ ਚਲੇ ਭੀਰ ਮ੍ਰਿਗ ਹੈ ਲਜਾਏ। ਕਹਿੰਦੇ ਇਦਾਂ ਕਾਇਰ ਹੋ ਕੇ ਭੱਜੇ ਜਿਵੇਂ ਹਿਰਨ ਭੱਜਦੇ ਹੁਣ ਸ਼ੇਰ ਨੂੰ ਵੇਖ ਕੇ। ਨਹਿ ਪਿਖੈ ਪਿਛਾਰੀ ਕਟਤ ਜਾਤ। ਸਿੱਖ ਕਹਿੰਦੇ ਜਾਂਦੇ ਇਹਨਾਂ ਨੂੰ ਵੱਢੀ ਜਾਂਦੇ ਆ ਤੇ ਇਹ ਪਿਛਾ ਮੁੜ ਕੇ ਨਹੀਂ ਦੇਖਦੇ, ਦੌੜੇ ਹੀ ਜਾਂਦੇ ਹੁਣ ਲਾਹੌਰ ਨੂੰ। ਕਰੇ ਜੋਰ ਕਿਤਕ ਨਹਿ ਤਾਹੇ ਘਾਤ। ਕਹਿੰਦੇ ਜਿਹੜੇ ਹੱਥ ਜੋੜ ਦਿੰਦੇ ਉਹਨਾਂ ਨੂੰ ਸਿੱਖ ਨਹੀਂ ਮਾਰਦੇ। ਸਭ ਸ਼ਸਤਰ ਛੀਨ ਦੀਨੇ ਭਜਾਏ। ਫਿਰ ਜਿਨ੍ਹਾਂ ਨੇ ਹੱਥ ਜੋੜ ਤੇ ਉਹਨਾਂ ਦੀਆਂ ਤਲਵਾਰਾਂ ਢਾਲਾਂ ਘੋੜੇ ਖੋਲੇ। ਸ਼ਸਤਰ ਬਸਤਰ ਇੱਥੇ ਰੱਖ ਦਿਓ। ਉਹ ਕਹਿੰਦੇ ਸਾਡੇ ਸ਼ਸਤਰ ਲੈ ਲਓ, ਸਾਡੀ ਜਾਨ ਬਖਸ਼ੀ ਕਰ ਦਿਓ। ਕਹਿੰਦੇ ਚਲੋ ਸ਼ਸਤਰ ਦਿਓ ਤੇ ਜਾਓ। ਸ਼ਸਤਰ ਰਖਾ ਲਏ, ਖੋਲੇ ਤੇ ਪੈਦਲ ਇਹਨਾਂ ਨੂੰ ਤੋਰਤਾ ਵੀ ਜਾਓ ਲਾਹੌਰ ਜਾ ਕੇ ਰੋਣਾ ਪਿੱਟਣਾ ਰੋ ਲੋ ਜਿਹੜਾ ਜਾਣਾ। ਇੱਕ ਕੋਸ ਤੀਕ ਤਿੰਨ ਗੈਲ ਜਾਏ। ਇੱਕ ਕੋਹ ਤੱਕ ਸਿੱਖ ਫੌਜ ਪਿੱਛੇ ਗਈ ਇਹਨਾਂ ਦੇ। ਸਭ ਖੇਤ ਜੰਗ ਤੇ ਕਾਢ ਦੀਨ। ਮੈਦਾਨੇ ਜੰਗ ਚੋਂ ਭਜਾ ਕੇ ਕੱਢ ਕੇ ਸਾਰਿਆਂ ਦੇ ਹਥਿਆਰ ਘੋੜੇ ਖੋ ਕੇ ਹਟ ਆਏ ਗੁਰੂ ਟਿਗ ਫਤਿਹ ਲੀਨ। ਵਾਪਸ ਮਹਾਰਾਜ ਕੋਲ ਆ ਗਏ ਫਤਿਹ ਦੇ ਨਗਾਰੇ ਤੇ ਜਕਾਰੇ ਗਜਾਂਦੇ ਹੋਏ। ਤਬ ਜੀਤ ਛਤਰ ਦੁੰਦਬ ਬਜਾਏ। ਵੈਰੀ ਨੂੰ ਜਿੱਤ ਕੇ ਜਿੱਤ ਦੇ ਨਗਾਰੇ ਵਜਾਏ ਗੁਰੂ ਖਾਲਸੇ ਨੇ। ਗੁਰ ਭੇ ਪ੍ਰਸੰਨ ਸਿੱਖ ਹਰਖ ਪਾਏ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਸੰਗਤਾਂ ਬਹੁਤ ਖੁਸ਼ ਹੋਈਆਂ, ਸਿੱਖ ਬੜੇ ਖੁਸ਼ ਹੋਏ। ਨਿਜ ਸੁਭਟ ਘਾਏ ਜੁਤ ਲੈ ਉਠਾਏ। ਮਹਾਰਾਜ ਨੇ ਆਪਣੇ ਜ਼ਖਮੀ ਯੋਧੇ ਜੰਗ ਦੇ ਮੈਦਾਨ ਚੋਂ ਚੁੱਕ ਲਏ। ਜੇ ਨਿਕਟ ਗ੍ਰਾਮ ਤਹ ਸੋ ਪੁਚਾਏ। ਨੇੜੇ ਦੇ ਪਿੰਡਾਂ 'ਚ ਭੇਜ ਦਿੱਤੇ, ਸੁਲਤਾਨ ਵੇਡ, ਗੁਮਟਾਲਾ, ਨੇੜੇ ਨੇੜੇ ਪਿੰਡ ਸਨ। ਜ਼ਖਮੀਆਂ ਨੂੰ ਉੱਥੇ ਪਿੰਡਾਂ 'ਚ ਭੇਜਿਆ ਵੀ ਸਿੱਖਾਂ ਦੇ ਘਰਾਂ 'ਚ ਜਾ ਕੇ ਆਪਣਾ ਆਰਾਮ ਕਰੋ ਤੇ ਇਹਨਾਂ ਦਾ ਇਲਾਜ ਜ਼ਖਮ ਮਲਮ ਪੱਟੀ ਕਰੋ। ਹਾਂਜੀ, ਸਭ ਖਾਨ ਪਾਨ ਕੀ ਸਾਰ ਲੀਨ। ਔਰ ਸਾਰਿਆਂ ਦੇ ਯੋਧਿਆਂ ਦੇ ਖਾਣ ਪਾਣ ਦੀ ਖਬਰ ਸਾਰ ਲਈ। ਨਰ ਸੇਵ ਕਰਨ ਪਰ ਛੋਰ ਦੀਨ। ਤੇ ਸੇਵਾਦਾਰਾਂ ਨੂੰ ਲਾਤਾ ਵੀ ਇਹਨਾਂ ਦੀ ਮਲਮ ਪੱਟੀ ਕਰੋ। ਸੱਟਾਂ ਜ਼ਿਆਦੀਆਂ ਲੱਗੀਆਂ ਹੋਈਆਂ ਸਿੱਖਾਂ ਨੂੰ, ਉਹਨਾਂ ਨੂੰ ਕਿਸੇ ਨੂੰ ਮਹੀਨਾ ਲੱਗਣਾ, ਕਿਸੇ ਨੂੰ 6 ਮਹੀਨੇ ਮੰਜੇ ਤੇ ਪੈਣਾ ਪੈਂਦਾ, ਜ਼ਖਮ ਇੰਨੇ ਜ਼ਿਆਦਾ। ਸੋ ਉਹਨਾਂ ਦੀ ਸੇਵਾਦਾਰੀ ਡਿਊਟੀ ਲਾਤੀ ਮਹਾਰਾਜ ਨੇ ਬਈ ਇਹਨਾਂ ਦਾ ਮਲਮ ਪੱਟੀ ਸਾਰਾ, ਇਹਨਾਂ ਨੂੰ ਮੰਜੇ ਤੇ ਪਿਆਈ, ਇਹਨਾਂ ਦੀ ਸਾਰੀ ਕਿਰਿਆ ਸਾਂਭਣੀ ਹੈ। ਤੇ ਸਿੱਖ ਫਿਰ ਉਹਨਾਂ ਦੀ ਸੇਵਾ ਕਰਨ ਲੱਗੇ ਹਨ। ਰਣ ਖੇਤ ਫਤਿਹ ਗੁਰਦੇਵ ਪਾਏ। ਸਤਿਗੁਰੂ ਜੀ ਇਸ ਤਰ੍ਹਾਂ ਸਾਧ ਸੰਗਤ ਜੀ ਜੰਗ ਫਤਿਹ ਕਰ ਲਿਆ। ਪੁਨ ਭੱਟ ਸੰਭਾਰ ਕੀਨਸ ਬਨਾਏ। ਤੇ ਫਿਰ ਯੋਧਿਆਂ ਦੀ ਸੰਭਾਲ ਕੀਤੀ ਸਤਿਗੁਰੂ ਸਾਹਿਬ ਜੀ ਨੇ। ਗੁਰ ਹਰਗੋਬਿੰਦ ਮਾਨਿੰਦ ਸਿੰਘ। ਸ੍ਰੀ ਗੁਰੂ ਹਰਗੋਬਿੰਦ ਸਭ ਬੱਬਰ ਸ਼ੇਰ ਹਨ। ਜਸ ਕਰਤ ਕਵੀ ਸੰਤੋਖ ਸਿੰਘ। ਆਹ ਕਵੀ ਜੀ ਕਹਿੰਦੇ ਜਸ ਕਰਤ ਕਵੀ ਸੰਤੋਖ ਸਿੰਘ। ਮੈਂ ਉਸ ਮਹਾਬਲੀ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਜਸ ਗਾ ਰਿਹਾ। ਮਹਾਬਲੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ। ਸਾਧ ਸੰਗਤ ਜੀ ਪਹਿਲਾ ਜੰਗ ਮਹਾਰਾਜ ਨੇ ਜਿੱਤ ਲਿਆ ਤੇ ਇਸ ਤਰ੍ਹਾਂ ਜੀਵਨ ਦੇ ਵਿੱਚ 4 ਵੱਡੀਆਂ ਜੰਗਾਂ ਫਤਿਹ ਕਰਨਗੇ। ਉਹ ਅੱਗੇ ਸਮੇਂ ਅਨੁਸਾਰ ਕਥਾ ਆਈ ਜਾਏਗੀ, ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਅੱਜ ਮੰਗਲਵਾਰ ਦਾ ਦਿਹਾੜਾ।
ਆਓ ਨਾਮ ਸਿਮਰਨ ਨਾਲ ਜੁੜ ਕੇ ਜੀਵਨ ਸਫਲਾ ਬਣਾਈਏ। ਹੇ ਗੋਬਿੰਦ, ਹੇ ਗੋਪਾਲ, ਹੇ